ਅਸੀਂ ਨਾ ਅੱਜ ਇੱਕ ਟੌਪਿਕ ਸਮਝਾਂਗੇ ਕਿ ਚੁੱਪੇ ਚੁੱਪ ਨਾ ਹੋਵਈ ਅਤੇ ਸੁਨ ਸਮਾਧ ਅਵਸਥਾ ਇਹ ਗੁਰਮਤ ਦਾ ਕਨਸੈਪਟ ਕੀ ਹੈ। ਜਪਜੀ ਸਾਹਿਬ ਦੀ ਮੁੱਢਲੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਉਹਦੇ 'ਚ ਪਹਿਲੀ ਪੰਕਤੀ ਆਉਂਦੀ ਹੈ, ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ। ਇਸ ਤੋਂ ਬਾਅਦ ਆਉਂਦਾ ਹੈ, ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਵਤਾਰ। ਮੇਰਾ ਮਨ ਚੁੱਪ ਨਹੀਂ ਕਰਦਾ ਭਾਵੇਂ ਮੈਂ ਆਪਣਾ ਮੂੰਹ ਬੰਦ ਕਰ ਲਵਾਂ, ਮੌਨ ਧਾਰਨ ਕਰ ਲਵਾਂ, ਮਨ ਚੁੱਪ ਨਹੀਂ ਕਰੇਗਾ। ਸੋ ਜੇ ਸਾਡਾ ਮਨ ਚੁੱਪ ਨਹੀਂ ਕਰਦਾ ਹੈ ਤਾਂ ਉਸ ਅਵਸਥਾ ਨੂੰ ਅੱਗੇ ਚੱਲ ਕੇ ਇਹ ਵੀ ਕਹਿੰਦੇ ਹਨ ਕਿ ਆਖਣ ਜ਼ੋਰ ਚੁੱਪੇ ਨਾ ਜ਼ੋਰ, ਜ਼ੋਰ ਜ਼ਬਰਦਸਤੀ ਨਾਲ ਅਸੀਂ ਮਨ ਨੂੰ ਚੁੱਪ ਨਹੀਂ ਕਰਾ ਸਕਦੇ। ਆਖਣ ਜ਼ੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਸਾਡਾ ਮਨ ਸ਼ੋਰ ਪਾਉਂਦਾ ਹੈ। ਸ਼ੋਰ ਪਾਉਣ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਸੈਮੀਨਾਰ ਕੀਤਾ ਸੀ, ਮਨ ਕੀ ਹੈ। ਅਸੀਂ ਸਮਝਣ ਵਾਸਤੇ ਇਸ ਤਰ੍ਹਾਂ ਕਰਦੇ ਹਾਂ ਕਿ ਇਹ ਵਿਚਾਰ ਇੱਥੋਂ ਲੈਂਦੇ ਹਾਂ ਕਿ ਮਨ ਫੁਰਨਿਆਂ ਦਾ ਘਰ ਹੈ। ਇਹਨੂੰ ਚੰਗੇ ਫੁਰਨੇ ਵੀ ਫੁਰਦੇ ਹਨ, ਇਹਨੂੰ ਮੰਦੇ ਫੁਰਨੇ ਵੀ ਫੁਰਦੇ ਹਨ। ਸਾਈਕੈਟ੍ਰਿਸਟ ਤੇ ਇਹ ਵੀ ਕਹਿੰਦੇ ਹਨ ਕਿ ਸਾਨੂੰ ਇੱਕ ਦਿਨ ਵਿੱਚ ਕਰੀਬਨ ਹਰ ਬੰਦੇ ਨੂੰ 60,000 ਦੇ ਕਰੀਬ ਫੁਰਨੇ ਆਉਂਦੇ ਹਨ। ਇਹ ਘੱਟ ਵੱਧ ਵੀ ਹੋ ਸਕਦੇ ਹਨ। ਮੈਂ ਤੇ ਜੋ ਮੈਡੀਕਲ ਸਾਇੰਸ ਦਾ ਮੈਂ ਖੋਜ ਸੁਣੀ, ਪਰ ਫੁਰਨੇ ਸਾਨੂੰ ਆਉਂਦੇ ਹਨ। ਔਰ ਜੇਕਰ ਅਸੀਂ ਇਹ ਮੰਨ ਲਈਏ ਕਿ ਮੰਦੇ ਫੁਰਨੇ ਆਉਂਦੇ ਹਨ, ਨੈਗੇਟਿਵ ਥਾਟਸ ਆਉਂਦੀਆਂ ਨੇ, ਫੀਅਰਫੁਲ ਥਾਟਸ ਆਉਂਦੀਆਂ ਨੇ, ਚਿੰਤਾ ਵਾਲੀਆਂ ਥਾਟਸ ਆਉਂਦੀਆਂ ਨੇ, ਬਦਲੇ ਲੈਣ ਦੀ ਭਾਵਨਾ ਦੀ, ਵੈਰ ਵਿਰੋਧ ਦੀ, ਜੈਲਸੀ ਦੀ, ਐਸੇ ਜਿਹੜੀਆਂ ਥਾਟਸ ਆਉਂਦੀਆਂ ਨਾ, ਇਹ ਮਨ ਦਾ ਸ਼ੋਰ ਹੈ। ਇਹਦੇ ਕਾਰਨ ਸਾਡਾ ਡਰ ਵੀ ਵੱਧਦਾ ਹੈ। ਡਰੀਏ ਤਾਂ ਜੇ ਡਰ ਹੋਵੇ ਹੋਰ, ਡਰਨਾ ਮਨ ਦਾ ਸ਼ੋਰ। ਸੋ ਸਾਡਾ ਮਨ ਜਦੋਂ ਸ਼ੋਰ ਪਾਉਂਦਾ ਹੈ ਤਾਂ ਨੈਗੇਟਿਵ ਥਾਟਸ ਆਉਂਦੇ ਨੇ। ਸੋ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸਾਨੂੰ ਸਭ ਨੂੰ ਨਾ ਫੁਰਨੇ ਆਉਂਦੇ ਨੇ। ਜਪਜੀ ਸਾਹਿਬ ਵਿੱਚ ਅਸੀਂ ਸਮਝਿਆ ਸੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਮੈਨੂੰ ਚੰਗੇ ਫੁਰਨੇ ਵੀ ਆਉਂਦੇ ਹਨ, ਮੰਦੇ ਫੁਰਨੇ ਵੀ ਆਉਂਦੇ ਹਨ। ਫੁਰਨਿਆਂ ਨੂੰ ਅਸੀਂ ਖਿਆਲ ਵੀ ਕਹਿ ਸਕਦੇ। ਤੇ ਜੈਸੇ ਖਿਆਲਾਂ ਨੂੰ ਅਸੀਂ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਆ, ਵੈਸਾ ਅਸੀਂ ਬਣਦੇ ਜਾਂਦੇ ਆ। ਇਹ ਮਨ ਜੈਸਾ ਸੀਨੇ ਤੈਸੋ ਹੋਏ, ਤੇਹੇ ਕਰਮ ਕਮਾਏ। ਸਿੱਧ ਜੋਗੀ ਆਪਣੇ ਜ਼ਮਾਨੇ ਵੇਲੇ ਇਹ ਕਹਿੰਦੇ ਸਨ ਕਿ ਤੁਸੀਂ ਚੌਂਕੜਾ ਮਾਰ ਲਓ, ਜਪ ਤਪ ਕਰੋ, ਮੌਨ ਧਾਰਨ ਕਰ ਲਓ, ਜਾਂ ਜੰਗਲਾਂ ਚਲੇ ਜਾਓ, ਤਪੱਸਿਆ ਕਰੋ, ਅੱਖਾਂ ਬੰਦ ਕਰ ਲਓ, ਕਿਸੇ ਨਾਲ ਬੋਲੋ ਕੁਛ ਨਾ। ਅਲਟੀਮੇਟਲੀ ਇਸ ਸਾਰੀ ਗੱਲ ਨੂੰ ਉਹ ਸਮਾਧੀ ਦੀ ਅਵਸਥਾ ਕਹਿੰਦੇ ਸਨ। ਪਰ ਮਨ ਤੇ ਉਹਨਾਂ ਦਾ ਚੁੱਪ ਨਹੀਂ ਕਰਦਾ ਸੀ। ਕਬੀਰ ਸਾਹਿਬ ਇੱਕ ਜਗ੍ਹਾ ਕਹਿੰਦੇ ਨੇ, ਗ੍ਰਹਿ ਤਜ ਬਨ ਖੰਡ ਜਾਈਏ, घर छोड़कर जंगल में चला जाता है। चूर्ण खाइए कंदा, उतो फूल पत्ते खाधे, सब्जियां खादियां। अजहू बिकार न छोड़ी पापी मन मंदा। ਜਦੋਂ ਅਸੀਂ ਲੋਕਾਂ ਵਿੱਚ ਵਿਚਰਦੇ ਹਾਂ ਨਾ, ਤਾਂ ਸਾਨੂੰ ਈਵਲ ਥਾਟਸ ਆਉਂਦੇ ਨੇ, ਮੰਦੇ ਖਿਆਲ ਆਉਂਦੇ ਨੇ। ਸੋ ਅਸੀਂ ਭਾਵੇਂ ਜੰਗਲ ਵਿੱਚ ਜਾ ਕੇ ਬੈਠ ਜਾਈਏ, ਦੁਨੀਆ ਭਰ ਦਾ ਸਭ ਕੁਝ ਭਾਵੇਂ ਤਿਆਗ ਦਈਏ, ਰਿਨਾਊਂਸਿੰਗ ਕਰੀਏ, ਵਿਆਹ ਨਾ ਕਰਾਈਏ, ਸੈਲੀਬੇਸੀ 'ਚ ਰਹੀਏ, ਖਾਈਏ ਕੁਛ ਨਾ, ਵਰਤ ਰੱਖ ਲਈਏ,
या चुप रहिए, मौन धारण कर लीए, ਤਾਂ ਵੀ ਮਨ ਸ਼ੋਰ ਪਾਉਂਦਾ ਹੈ। ਮਨ ਵਿਕਾਰਾਂ ਦਾ, ਈਵਲ ਥਾਟਸ ਦਾ ਸ਼ੋਰ ਪਾਉਂਦਾ ਹੈ, ਕਿਉਂਕਿ ਮਨ ਦਾ ਸੁਭਾਅ ਹੈ। ਮਨ ਜਮਾ ਵਾਲੀ ਮੱਤ ਲੈ ਕੇ ਸਾਨੂੰ ਉਹੀ ਥਾਟ ਪ੍ਰੋਸੈਸ ਵਿੱਚ ਡਰੈਗ ਕਰਦਾ ਹੈ। ਸੋ ਸਿੱਧ ਜੋਗੀ चुप रह के जबरदस्ती हठ जोग करके चुप रहना और फिर चौकड़ा मार के समाधि लाई रखना, इनू कहते सी मन शून्य हो गया, हुण मन जीरो हो गया ते मन करके असी समाधि ला ली है। गुरमत का ये कॉन्सैप्ट नहीं है। लफज वही हैं। कबीर साहब कहते हैं, कूटन किसे कहो संसार, सगल बोलन के माए विचार। कूटन हुंदा है दुनियावी लैंग्वेज विच ठग। आम तौर पर उन्होंने दुनिया इंग्लिश विच पिंप भी कहती है, होर भी कई लफज होणगे, पर कबीर साहब कहते हैं ये तो बोलन ते डिपेंड करता है कि बोलन वाले का लफज के पीछे भाव अर्थ की है। इनू कहते हैं स्पीकिंग इन वर्नैकुलर। हुण कबीर साहब कहते हैं, कूटन सोए जो मन को कूटै। तुसी ते दुनियावी तौर पर ठग जिहड़ा साडे कोलों कुछ लुट के लै जांदा उहनूं कहंदे हो। कबीर साहब कहते हैं असली कूटन, असली ठग वो है जो अपने मन के ईवल थॉट्स नूं कुटदा है। कुटन नूं असी सिंपल लफ्ज़ां च लै सकते हैं कि उन्हां नूं सप्रैस करदा है। इनीशली असी मंदे ख्याल नूं सप्रैस करते हाँ। जिवें बच्चा कहता है कि मैनू आइसक्रीम खानी है, डॉक्टर कह रहे कि आइसक्रीम खाएगा तो गला खराब हो जाएगा, तब माँ प्यो बच्चे दे इस ख्याल नूं सप्रैस करन वास्ते उन्होंने तैयार कराते हैं। इनीशली असी सप्रैस ही करते हैं जिहड़ा मंदा ख्याल सानू आया। सो कबीर साहब कहते हैं, कूटन सोए जो मन को कूटै। असली ठग तो वो है जो अपने मन के मंदे ख्यालों नूं कुटदा है। हुण कबीर साहब कूटन लफज नूं पॉजिटिव सेंस विच बयान कर रहे हैं। जिवें असी एक श्लोक पढ़िया सी ना, राज माल रूप जात जोबन पंजे ठग, ये तो ईवल्स ने। इन्नी ठगी जग ठगिया, इन्होंने सारे लोगों भी ठगिया और मेरे थॉट प्रोसैस वाले जग नूं भी ठगिया। इन्नी ठगी जग ठगिया, किन्ने न रखी लज। इज्जत पत नहीं रहती, लाज नहीं रहती। जम साडी पत लुट लेंदे ने। इन्हां ठगन ठग से जे गुर की पैरी पाए, जो सतगुर की मत नक्शे कदम ते टुरदे ने ना, वो इन्हां ठगां नूं ठग लैंदे ने। वो पॉजिटिव सेंस विच वॉरीयर्स होंदे ने। इन्हां ठगन ठग से जे गुर की पैरी पाए, नानक कर्मा बाहरे और केते मुठे जाए। सो जे असी सतगुर की मत का फलसफा विचारधारा नहीं लई ना, तां असी फिर इन्हां ठगां कोलों ठगाए जाते हैं। ठग मतलब ईवल्स। पर कबीर साहब पॉजिटिव सेंस कहते हैं, असली ठग तो वो है जो मन दे मंदे ख्यालों नूं कुटदा है। कूटन सोए जो मन को कूटै, मन कूटै तो जंब ते छूटै। ईवल थॉट्स तो, मंदे ख्यालों तो, वाइसिस तो, अंदरों जिहड़े भैड़े फुरने फुरदे ने, उन्हां तो छुट जांदा है। कुट कुट मन कसवट्टी लावै, वो विवेक बुद्धि वरतदा है कि वट इज़ राइट वट इज़ रॉन्ग। मैनू किहड़े चंगे ख्याल आ रहे हैं उन्होंने मैं जीना है, और किहड़े मंदे ख्याल आ रहे हैं उन्होंने सप्रैस कर करके फिर अल्टीमेटली मैं अपने सुभाव तो उन्होंने आउट करना है। कुट कुट मन कसवट्टी लावे, विवेक बुद्धि वरतदा है। कसवट्टी टच स्टोन होता है, ਉਹਦੇ ਨਾਲ प्योरिटी चैक करते हैं असी सोने की। सो कुट कुट मन कसवट्टी लावे,
ਸੋ ਕੁੱਟਣ ਮੁਕਤ ਬੋ ਪਾਵੈ। ਉਹ ਸਾਲਵੇਸ਼ਨ ਵਾਈ ਲਿਵਿੰਗ ਪ੍ਰਾਪਤ ਕਰ ਲੈਂਦਾ, ਉਹ ਮੁਕਤ ਹੋ ਜਾਂਦਾ। ਕਿਹਦੇ ਤੋਂ? ਈਵਲ ਥਾਟਸ ਤੋਂ, ਮੰਦੇ ਫੁਰਨਿਆਂ ਤੋਂ। ਸਾਡੇ ਚੋਂ ਨਾ ਕੋਈ ਵੀ ਦਮ ਭਰ ਕੇ ਕਲੇਮ ਨਹੀਂ ਕਰ ਸਕਦਾ ਕਿ ਮੈਨੂੰ ਮੰਦੇ ਖਿਆਲ ਨਹੀਂ ਆਉਂਦੇ। ਸਾਨੂੰ ਸਭ ਨੂੰ ਚੰਗੇ ਖਿਆਲ ਵੀ ਆਉਂਦੇ ਹਨ, ਮੰਦੇ ਖਿਆਲ ਵੀ ਆਉਂਦੇ ਹਨ। ਐਂਡ ਵੀ ਆਲ ਆਰ vulnerable to receive negative thoughts। ਅਸੀਂ ਐਕੂਮੂਲੇਟ ਕਰਦੇ ਹਾਂ ਚਾਰੋਂ ਪਾਸੋਂ, ਥਰੂ ਮੀਡੀਆ, ਥਰੂ ਸੋਸਾਇਟੀ, ਬਾਈ ਐਨੀ ਮੀਨਸ। ਅਸੀਂ ਨਾ ਵੀ ਆਲ ਆਰ ਬਾਉਂਡ ਟੂ ਰਿਸੀਵ ਥੀਸ ਮੈਸੇजेस, ਚੰਗੇ ਵੀ ਮੰਦੇ ਵੀ। ਸੋ ਸਾਨੂੰ ਸਭ ਨੂੰ ਫੁਰਨੇ ਆਉਂਦੇ ਹਨ, ਪਰ ਅਸੀਂ ਇਹ ਨਹੀਂ ਕਲੇਮ ਕਰ ਸਕਦੇ ਕਿ ਮੈਨੂੰ ਮੰਦੇ ਫੁਰਨੇ ਨਹੀਂ ਆਉਂਦੇ। ਸੋ ਕੋਈ ਸਾਡੇ ਨਾਲ, ਅੱਛਾ ਮੰਦੇ ਫੁਰਨੇ ਆਉਂਦੇ ਕਿਉਂ ਹਨ? ਫੋਰ ਐਗਜ਼ਾਮਪਲ ਅਸੀਂ ਇੱਕ ਐਂਗਲ ਲੈਂਦੇ ਹਾਂ, ਸਾਡੇ ਨਾਲ ਕਦੀ ਕਿਸੇ ਨੇ ਕੁਝ ਬੁਰਾ ਕੀਤਾ, ਅਸੀਂ ਮਨ ਅੰਦਰ ਉਹਦੇ ਬਾਰੇ ਵੈਰ ਪਾਲ ਲਿਆ, ਸਾਨੂੰ ਮੰਦੇ ਫੁਰਨੇ ਆਉਣੇ ਸ਼ੁਰੂ ਹੋ ਗਏ। ਇੱਕ ਫੁਰਨਾ ਕੀ ਆਇਆ? ਮੈਂ ਇਹਦੇ ਨਾਲ ਬਦਲਾ ਲੈਣਾ ਹੈ, ਟਿਟ ਫॉर ਟੈਟ ਕਰਨਾ ਹੈ। ਇਹਨੇ ਮੈਨੂੰ ਦੋ ਸੁਣਾਈਆਂ, ਮੈਂ ਸਾਰਿਆਂ ਦੇ ਸਾਹਮਣੇ ਦੀ ਇਨਸਲਟ ਕਰਨੀ ਹੈ। ਜਾਂ ਮੈਨੂੰ ਮੰਦਾ ਫੁਰਨਾ ਆਇਆ ਕਿ ਮੈਂ ਬੜੀ ਟੈਕਨੀਕ ਦੇ ਨਾਲ ਮਿਸ਼ਰੀ 'ਚ ਲਪੇਟ ਕੇ ਲੋਕਾਂ ਵਿੱਚ ਇਹਨੂੰ ਡਿਫੇਮ ਕਰਾਂਗਾ, ਮੈਂ ਇਹਦੀ ਨਿੰਦਾ ਕਰਾਂਗਾ। ਇਹ ਸਾਰੇ ਮੰਦੇ ਫੁਰਨੇ ਆ ਰਹੇ ਨੇ। ਇਸ ਤਰ੍ਹਾਂ ਨਾ ਸਾਨੂੰ ਪਤਾ ਨਹੀਂ ਹੈ ਕਿ ਇਸ ਬੰਦੇ ਨੇ ਮੇਰੇ ਨਾਲ ਬੁਰਾ ਕੀਤਾ ਹੈ ਕਿ ਨਹੀਂ ਕੀਤਾ ਹੈ, ਪਰ ਅਸੀਂ ਸਮਝ ਰਹੇ ਹਾਂ ਕਿ ਇਸ ਬੰਦੇ ਨੇ ਮੇਰੇ ਨਾਲ ਬੁਰਾ ਕੀਤਾ ਹੈ। ਭਾਵੇਂ ਉਹ ਸਾਡੀ ਗਲਤਫਹਿਮੀ ਵੀ ਹੋ ਸਕਦੀ ਹੈ, ਅਸੀਂ ਅੰਤਰਜਾਮੀ ਨਹੀਂ ਹਾਂ। ਅਸੀਂ ਮਾਈਕਰੋਸਕੋਪਿਕਲੀ ਹਰ ਗੱਲ ਦੇਖ ਥੋੜ੍ਹਾ ਨਾ ਸਕਦੇ ਹਾਂ। ਅੱਛਾ, ਸਾਡੀ ਗਲਤਫਹਿਮੀ ਹੁੰਦੀ ਹੈ। ਜੇ ਸਾਡੀ ਉਹ ਗਲਤਫਹਿਮੀ ਕੋਈ ਕੱਢਣਾ ਚਾਹੇ, ਮਨ ਅੰਦਰੋਂ ਮੰਦੇ ਫੁਰਨੇ ਭੇਜ ਰਿਹਾ, ਅਸੀਂ ਸਟੱਬਨ ਹੋ ਜਾਂਦੇ ਹਾਂ, ਮੈਂ ਨਾ ਮੰਨ ਨਾ। ਫਿਰ ਉਹ ਗੱਲ ਕੀ ਸੀ, ਉਹ ਫਿਰ ਕੀ ਕੀਤਾ ਸੀ, ਉਹ ਕੀ ਸੀ, ਉਹਨੇ ਉਹ ਜਿਹਾ ਕਿਉਂ ਕੀਤਾ ਸੀ, ਇੰਝ ਕਿਉਂ ਕਿਹਾ ਸੀ। ਮਨ ਨੈਗੇਟਿਵ ਥਾਟਸ ਭੇਜੀ ਜਾ ਰਿਹਾ, ਰਿਐਲਿਟੀ ਬਾਰੇ ਪਤਾ ਨਹੀਂ। ਸੋ ਮੈਂ ਨਾ ਮਾਨੂ ਹੋ ਗਿਆ ਨਾ। ਕਈਆਂ ਦੇ ਤੇ ਪ੍ਰੂਫ ਉਹਨੂੰ ਹੋਏਗਾ ਕਿ ਇਹਨੇ ਬੁਰਾ ਸਾਡੇ ਨਾਲ ਕੀਤਾ, ਪਰ ਉਹਦੇ ਬਦਲੇ ਮੰਦੇ ਫੁਰਨੇ ਸਾਨੂੰ ਆਣੇ ਸ਼ੁਰੂ ਹੋਏ। ਪਰ ਕਈਆਂ ਨੇ ਕੀਤਾ ਵੀ ਨਹੀਂ ਹੁੰਦਾ, ਉਹ ਸਾਨੂੰ ਜਾਣਦੇ ਵੀ ਨਹੀਂ ਹੁੰਦੇ ਨੇ, ਫਿਰ ਵੀ ਅਸੀਂ ਉਹਨਾਂ ਬਾਰੇ ਮੰਦੀ ਰਾਏ ਬਣਾ ਲੈਂਦੇ ਹਾਂ, ਨਿੰਦਕ ਬਣ ਜਾਂਦੇ ਹਾਂ, ਡਿਫੇਮ ਕਰਦੇ ਹਾਂ, ਮੈਨੀ ਥਿੰਗਸ। ਅੱਛਾ, ਜਿਹਦੇ ਨਾਲ ਮੈਨੂੰ ਲੱਗਾ ਕਿ ਇਹਨੇ ਮੇਰੇ ਨਾਲ ਬੁਰਾ ਕੀਤਾ, ਸੋ ਟਿਟ ਫॉर ਟੈਟ ਜਾਂ ਰਿਵੈਂਜ ਜਾਂ ਉਹਦੀ ਤਰੱਕੀ ਹੋ ਰਹੀ ਹੈ, ਮੈਨੂੰ ਮੰਦਾ ਖਿਆਲ ਆਇਆ। ਈਰਖਾ, ਜੈਲਸੀ, ਇਹੀ ਸਾਰੇ ਖਿਆਲ ਸਾਨੂੰ ਠੱਗਦੇ ਨੇ। ਇਹਨਾਂ ਨੂੰ ਸਪਰੈਸ ਕਰਨਾ ਹੈ। ਇਹ ਮਨ ਦਾ ਸ਼ੋਰ ਹੈ। ਇੱਥੋਂ ਚੁੱਪ ਕਰ ਗਏ, ਉਸ ਮਨੁੱਖ ਨਾਲ ਬੋਲਣਾ ਛੋੜ ਦਿੱਤਾ, ਮਾਲਾ ਫੇਰਨੀ ਸ਼ੁਰੂ ਕਰ ਦਿੱਤੀ, ਧਾਰਮਿਕ ਸਥਾਨ ਤੇ ਜਾ ਕੇ ਅੱਖਾਂ ਬੰਦ ਕਰ ਲਈਆਂ, ਵਿਆਹ ਨਹੀਂ ਕਰਾਇਆ, ਤਿਆਗੀ ਹੋ ਗਏ, ਜੰਗਲ ਹੀ ਚਲੇ ਗਏ, ਸਮਾਧੀ ਲਾ ਲਈ, ਪਰ ਫਿਰ ਵੀ ਮਨ ਸ਼ੋਰ ਪਾ ਰਿਹਾ ਹੈ। ਮਨ ਨੇ ਉਸ ਬੰਦੇ ਦਾ ਵੈਰ ਰੱਖਿਆ ਹੋਇਆ ਹੈ, ਉਹਦੇ ਕਾਰਨ ਮੈਂ ਨਹੀਂ, ਨੈਗੇਟਿਵ ਥਾਟਸ ਸਾਨੂੰ ਆਉਂਦੀਆਂ ਰਹਿੰਦੀਆਂ ਨੇ। ਸੋ ਮੰਦੇ ਫੁਰਨੇ ਆਉਂਦੇ ਰਹਿੰਦੇ ਨੇ, ਅਸੀਂ ਅਚੇਤ ਹੋ ਜਾਂਦੇ ਹਾਂ, ਅਸੀਂ ਬੇਹੋਸ਼ ਹੋ ਜਾਂਦੇ ਹਾਂ, ਅਨਅਵੇਅਰ ਹੋ ਜਾਂਦੇ ਹਾਂ। ਉਹਨੂੰ ਕਹਿੰਦੇ ਨੇ ਨਰ ਅਚੇਤ, ਪਾਪ ਤੇ ਡਰ ਰਹੇ, ਅਵੇਅਰਨੈਸ, ਅਲਰਟਨੈਸ ਗਈ। ਮੈਨੂੰ ਮੰਦੇ ਖਿਆਲਾਂ ਵਾਲੀ ਨੀਂਦ ਆਣੀ ਸ਼ੁਰੂ ਹੋ ਗਈ। ਮਨ ਸੋਇਆ ਮਾਇਆ ਬਿਸਮਾਦ। ਸੋ ਜਾਗਰਤ ਅਵਸਥਾ ਵਿੱਚ ਵਾਚ ਕਰਨਾ, ਇੰਟਰੋਸਪੈਕਸ਼ਨ, ਕਿ ਮੈਨੂੰ ਕਿਹੜੇ ਮੰਦੇ ਖਿਆਲ ਆਉਂਦੇ ਨੇ,
ਉਹਨਾਂ ਨੂੰ ਕਹਿੰਦੇ ਨੇ ਕੁੱਟ ਕੁੱਟ ਮਨ ਕਸਵੱਟੀ ਲਾਵੇ। ਸੋ ਜਾਗਰਤ ਅਵਸਥਾ ਵਿੱਚ ਮੈਂ ਸੋਚਣਾ ਹੈ ਕਿ ਮੈਂ ਬੁਰਾ ਕਰਮ, ਬੁਰਾ ਖਿਆਲ ਸੋਚਣਾ ਨਹੀਂ ਹੈ। ਜੇ ਇਹ ਮੈਨੂੰ ਪੌਪਅਪ ਹੋ ਕੇ ਆਉਂਦਾ ਹੈ ਕਿਸੇ ਵੀ ਕਾਰਨ, ਤਾਂ ਮੈਨੂੰ ਸਪਰੈਸ ਕਰਨਾ ਹੈ। ਇਸ ਦੇ ਕਾਰਨ ਮੈਨੂੰ ਰਿਵੈਂਜ ਨਹੀਂ ਲੈਣਾ ਹੈ, ਇਸ ਦੇ ਕਾਰਨ ਮੈਨੂੰ ਟਿਟ ਫॉर ਟੈਟ ਨਹੀਂ ਕਰਨਾ ਹੈ, ਇਸ ਦੇ ਕਾਰਨ ਮੈਨੂੰ ਉਹਨੂੰ ਨਿੰਦਾ ਕਰਕੇ ਡੀਫੇਮ ਨਹੀਂ ਕਰਨਾ ਹੈ, ਇਸ ਦੇ ਕਾਰਨ ਮੈਨੂੰ ਉਹਦੇ ਨਾਲ ਜੈਲਸੀ, ਉਹਦੀ ਤਰੱਕੀ ਤੇ ਨਹੀਂ ਕਰਨੀ ਹੈ, ਮੈਨੂੰ ਕੰਪੈਰੀਜ਼ਨ ਔਰ ਰੈਟ ਰੇਸ ਵਿੱਚ ਨਹੀਂ ਆਉਣਾ ਹੈ। ਬਸ ਇਸ ਤਰ੍ਹਾਂ ਆਪਣੇ ਮੰਦੇ ਫੁਰਨੇ ਨੂੰ ਨਾ ਅਸੀਂ ਅਲਟੀਮੇਟਲੀ ਦਬਾਉਣ ਯੋਗ ਹੋ ਜਾਂਦੇ ਹਾਂ। ਫਾਈਨਲੀ ਆਸਤਾ ਆਸਤਾ ਆਪਣੇ ਸੁਭਾਅ 'ਚ ਉਹਨੂੰ ਆਊਟ ਕਰਦੇ ਜਾਂਦੇ ਹਾਂ, ਤਾਂ ਸਾਨੂੰ ਮੰਦਾ ਫੁਰਨਾ ਪੌਪਅਪ ਹੁੰਦਾ ਹੀ ਨਹੀਂ ਹੈ। ਮਨ ਨੇ ਮੰਦੇ, ਘਟੀਆ, ਬਿਗਾਈਲਿੰਗ, ਡਿਸੀਟਫੁਲਨੈਸ ਵਾਲੇ, ਪੋਇਜ਼ਨਸ ਖਿਆਲਾਂ ਦੇ ਫੁਰਨੇ ਦੇਣੇ ਛੋੜ ਦਿੱਤੇ। ਮਨ ਹੁਣ ਵੀ ਮੈਸੇਜ ਭੇਜਦਾ ਹੈ, ਚੰਗੇ ਖਿਆਲ। ਸੋ ਜਿਹੜੇ ਚੰਗੇ ਖਿਆਲ ਹੁੰਦੇ ਨੇ ਨਾ, ਅਗੇਨ ਮਨ ਚੁੱਪ ਨਹੀਂ ਕੀਤਾ। ਮਨ ਦੋ ਕਿਸਮਾਂ ਦੇ ਖਿਆਲ ਭੇਜਦਾ ਸੀ, ਇੱਕ ਚੰਗੇ ਫੁਰਨੇ, ਇੱਕ ਮੰਦੇ ਫੁਰਨੇ। ਚੰਗੇ ਫੁਰਨਾਂ ਨੂੰ ਅਸੀਂ ਕਹਿੰਦੇ ਹਾਂ ਆਗਾਸੀ ਖਿਆਲ, ਮੰਦੇ ਫੁਰਨਿਆਂ ਨੂੰ ਕਹਿੰਦੇ ਅਸੀਂ ਪਾਤਾਲੀ ਖਿਆਲ। ਹੁਣ ਮਨ ਪਾਤਾਲੀ ਖਿਆਲ ਦੇਣ ਵੱਲੋਂ ਨਾ ਚੁੱਪ ਕਰ ਗਿਆ ਹੈ, ਬਟ ਸਟਿਲ ਮਨ ਸੈਂਡਸ ਦ ਮੈਸੇजेस। ਫੁਰਨੇ ਭੇਜਦਾ ਸਾਨੂੰ ਉਹਨੇ ਵੀ, ਪਰ ਚੰਗੇ ਫੁਰਨੇ ਭੇਜਦਾ ਹੈ। ਸਿਰਫ ਚੰਗੇ ਫੁਰਨੇ ਤਾਂ ਭੇਜਣ ਯੋਗ ਹੋ ਜਾਂਦਾ ਹੈ, ਸਟਰੋਂਗ ਹੋ ਜਾਂਦਾ ਹੈ, ਕਿਉਂਕਿ ਮਨ ਸਤਿਗੁਰ ਦੀ ਮੱਤ ਦੇ ਨਾਲ ਮਰਜ ਹੋ ਜਾਂਦਾ ਹੈ, ਵਿਵੇਕ ਬੁੱਧੀ ਲੈ ਲੈਂਦਾ, ਵਿਜ਼ਡਮ ਲੈ ਲੈਂਦਾ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਇ ਸਮਾਨਾ। ਉਹ ਅਵੇਅਰਨੈਸ ਪ੍ਰਾਪਤ ਕਰ ਲੈਂਦਾ ਤੇ ਸਾਨੂੰ ਸਿਰਫ ਚੰਗੇ ਵਾਲੇ ਮੈਸੇजेस ਭੇਜਦਾ ਹੈ। ਆਪਣੇ ਸਾਰੇ ਅੰਗਾਂ ਨੂੰ, ਆਪਣੇ ਅੱਖ ਨੱਕ ਕੰਨ ਨੂੰ, ਆਪਣੇ ਰੋਮ ਰੋਮ ਨੂੰ, ਆਪਣੇ ਸੁਰਤ ਮਤ ਬੁੱਧ ਨੂੰ, ਸਾਰਿਆਂ ਨੂੰ ਨਾ ਓਨਲੀ ਆਈਡੀਅਲ ਮੈਸੇजेस ਫੁਰਨੇ ਭੇਜਦਾ ਹੈ। ਮਨ ਦੀ ਔਗਣੀ ਸੋਚਾਂ ਵਾਲੇ ਖਿਆਲਾਂ ਤੋਂ ਮੁਕਤ ਅਵਸਥਾ ਬਣ ਗਈ, ਔਰ ਮਨ ਜਿਹੜੇ ਚੰਗੇ ਫੁਰਨੇ ਭੇਜਦਾ ਹੈ ਨਾ, ਇਹਨੂੰ ਗੁਰਮਤਿ 'ਚ ਸੁੰਨ ਸਮਾਧ ਅਵਸਥਾ ਕਹਿੰਦੇ ਆ। ਆਖਣ ਜ਼ੋਰ ਚੁਪੇ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੂਰ। ਮਨ ਨੈਗੇਟਿਵ ਥਾਟਸ ਦਾ ਸ਼ੋਰ ਪਾਉਂਦਾ ਸੀ, ਹੁਣ ਨਹੀਂ ਪਾਉਂਦਾ। ਰਾਦਰ ਮਨ ਪੀਸਫੁਲ, ਖੇੜੇ ਵਾਲੇ, ਵਿਗਾਸ ਵਾਲੇ, ਟੋਲਰੈਂਸ, ਸਬਰ, ਸੰਤੋਖ ਵਾਲੇ, ਪੰਜ ਤੱਤਾਂ ਵਾਲੇ ਚੰਗੇ ਚੰਗੇ ਗੁਣਾਂ ਦਾ ਮੈਸੇਜ ਦਿੰਦਾ ਹੈ। ਸੋ ਮਨ ਔਗਣੀ ਮੈਸੇਜ ਦੇਣ ਦੀ ਬਜਾਏ ਚੰਗੇ ਗੁਣਾਂ ਦਾ ਮੈਸੇਜ ਦੇਣਾ ਸ਼ੁਰੂ ਕਰ ਦੇਵੇ, ਇਹਨੂੰ ਸੁੰਨ ਸਮਾਧ ਕਹਿੰਦੇ ਨੇ। ਜੇ ਮੈਂ ਚੌਕੜਾ ਮਾਰ ਲਾਂ ਔਰ ਅੱਖਾਂ ਬੰਦ ਕਰਕੇ ਸਮਾਧੀ ਲਾ ਲਵਾਂ, ਮੈਡੀਟੇਸ਼ਨ ਕਰ ਲਵਾਂ, ਭਾਵੇਂ ਆਪਣੇ ਘਰ ਅੰਦਰ ਬੈਠ ਕੇ 1 ਘੰਟੇ 2 ਘੰਟੇ 4 ਘੰਟੇ, ਲੇਕਿਨ ਜਦੋਂ ਮੈਂ ਲੋਕਾਂ ਨਾਲ ਵਿਚਰਾਂ, ਕਿਸੇ ਨੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਕਿਸੇ ਨੇ ਮੈਨੂੰ ਸਲਾਮ ਨਹੀਂ ਕੀਤਾ, ਕਿਸੇ ਨੇ ਮੈਨੂੰ ਕੀਤੇ ਦਾ ਥੈਂਕਸ ਨਹੀਂ ਕੀਤਾ, ਕੋਈ ਮੇਰੇ ਕੋਲੋਂ ਇੰਝ ਕਿਉਂ ਲੰਘ ਗਿਆ, ਕਿਸੇ ਨੇ ਮੈਨੂੰ ਪੁੱਛਿਆ ਕਿਉਂ ਨਹੀਂ, ਸਾਰੇ ਮੇਰਾ ਕਹਿਣਾ ਕਿਉਂ ਨਹੀਂ ਮੰਨਦੇ। ਜਦੋਂ ਮੈਂ ਇੰਝ ਅਪਸੈਟ ਹੁੰਦਾ ਨਾ, ਤਾਂ ਤੇ ਮੇਰੀ ਸਮਾਧੀ ਮੈਡੀਟੇਸ਼ਨ ਟੁੱਟ ਗਈ। ਸੋ ਸਮਾਧੀ, ਸੁੰਨ ਸਮਾਧ ਅਵਸਥਾ ਗੁਰਮਤਿ 'ਚ ਕੌਨਸੈਪਟ ਹੈ। ਮਨ ਔਗਣੀ ਫੁਰਨੇ ਮੈਸੇजेस ਨਹੀਂ ਭੇਜਦਾ, ਕੇਵਲ ਅਤੇ ਕੇਵਲ ਪੀਸਫੁਲ, ਚੰਗੇ ਆਈਡੀਅਲਸ ਦੇ ਮੈਸੇजेस ਭੇਜਦਾ ਹੈ। ਜਦੋਂ ਮਨ ਨੇ ਸੁਣ ਲਿਆ ਨਾ, ਫਰੀਦਾ ਬੁਰੇ ਦਾ ਭਲਾ ਕਰ,
ਤੈਨੂੰ ਬੁਰੇ ਖਿਆਲ ਆਉਂਦੇ ਨੇ ਨਾ, ਭਲੇ ਕਰ ਲੈ। ਗੁੱਸਾ ਮਨ ਨਾ ਹੰਡਾਏ, ਡੋਂਟ ਕੈਰੀ ਪਾਸਟ। ਐਂਗਰ ਨੂੰ ਹੰਡਾ ਨਹੀਂ, ਆਪਣੀ ਬੋਡੀ ਨੂੰ, ਥਾਟ ਪ੍ਰੋਸੈਸ ਨੂੰ ਟਾਰਚਰ ਨਾ ਕਰ ਐਂਗਰ ਦੇ ਨਾਲ। ਐਂਗਰ ਡਿਊ ਟੂ ਸਮਬਡੀਜ਼ ਮਿਸਟੇਕ। ਫਰੀਦਾ, ਬੁਰੇ ਦਾ ਭਲਾ ਕਰ। ਤੈਨੂੰ ਜਿਹੜਾ ਵੀ ਬੁਰਾ ਖਿਆਲ ਆਉਂਦਾ ਨਾ, ਉਹਨੂੰ ਭਲਾ ਕਰ ਲੈ। ਕੁੱਟ ਕੁੱਟ ਮਨ ਕਸੌਟੀ ਲਾਵੇ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ। ਦੇਹੀ ਮੀਨਸ ਮਨ ਨੂੰ, ਮਨ ਦੀ ਦੇਹ ਨੂੰ। ਮਨ ਦੀ ਦੇਹ ਦੇ ਕਾਰਨ ਸਾਡੀ ਬਾਹਰ ਵਾਲੀ ਸਾਰੀ ਬੋਡੀ ਅਰੋਗ ਹੋ ਗਈ। ਕਿੱਥੋਂ? ਔਗਣੀ ਨੈਗੇਟਿਵ ਥਾਟ ਪ੍ਰੋਸੈਸ ਵੱਲੋਂ। ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ। ਪੱਲੇ ਸਭ ਕੁਝ ਪਾਏ ਦਾ ਕੀ ਮਤਲਬ ਹੁੰਦਾ ਹੈ? ਜ਼ਿੰਦਗੀ ਦੀ ਹਰ ਸਿਚੁਏਸ਼ਨ ਵਿੱਚ ਹਾਊ ਟੂ ਹੈਂਡਲ ਦੀ ਵਿਜ਼ਡਮ ਪ੍ਰਾਪਤ ਹੋ ਜਾਂਦੀ ਹੈ। ਮੰਦਾ ਫੁਰਨਾ ਨਹੀਂ ਆਉਂਦਾ, ਸੁਨ ਸਮਾਧ ਅਵਸਥਾ। ਚੁੱਪੇ ਚੁੱਪ ਤੋਂ ਲੈ ਕੇ ਸੁਨ ਸਮਾਧ ਦੀ ਇਸ ਅਵਸਥਾ ਦਾ ਮੈਨੂੰ ਜਿਹੜਾ ਖਿਆਲ ਸਮਝ ਆਇਆ ਗੁਰਬਾਣੀ ਪੜ੍ਹ ਕੇ, ਉਹ ਮੈਂ ਤੁਹਾਡੇ ਸਭ ਨਾਲ ਸਾਂਝ ਕੀਤਾ।